सो कहो टल गुर सेवियै, अहनस सहज सुभाय। दर्शन परसै गुरु कै, जन्म मरण दुख जाय। मूक उचरै शास्त्र खाट, पिंग गिरन चढ़ जाय। अंध लखै बदरो सुनह, जो काल कृपा कराय। कहाँ बुद्ध प्रभ तुच्छ हमारी, बरन सकै महिमा जो तिहारी। हमरा सख्त कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। माज महला पंजवा। लाल गोपाल दयाल रंगीले, गैर गंभीर बेअंत गोविंदे। ऊंच अथाह बेअंत स्वामी, सिमर सिमर हो जीवा जियो। लाल गोपाल दयाल रंगीले, गैर गंभीर बेअंत गोविंदे। ऊंच अथा बेअंत स्वामी, सिमर सिमर हो जीवा जियो। दुख भंजन निधान अमोले, निरपौ निर्वैर अथाह अतुले। अकाल मूर्त अजूनी संभव, मन सिमरत ठंडा थीवा जियो। सदा संगी हर रंग गोपाला, ऊच नीच करे प्रतिपाला। नाम रसायन मंत्र पतायन, गुरमुख अमृत पीवा जियो। दुख सुख प्यारे तुद ध्याई, एह समत गुरु ते पाई। नानक की धर तू है ठाकुर, हर रंग पार परिवा जियो। दुख सुख प्यारे तुद ध्याई, ए समत गुरु ते पाई। नानक की धर तू है ठाकुर, हर रंग पार परिवा जियो। लाल गोपाल दयाल रंगीले, गैर गंभीर बेअंत गोविंदे। वाहिगुरु जी का खालसा, वाहिगुरु जी की फतेह। परम सत्कारयोग जुगो जुग अटल साहिब सतगुरु श्री गुरु ग्रंथ साहिब जी महाराज, राजान राज पानान पान, देवान देव उपमा महान। महामई उपमा दे मालक साहिब सच्चे पातशाह श्री गुरु ग्रंथ साहिब जी महाराज जी, दसां जामियां दी आत्मक जोत शब्दा अवतार सतगुरु जी दी पवित्र पावन विचारधारा नाल सुरत बिरत करके जुड़े समूह सतसंगी जनो, आप जी वडभागे हों, धनता दे योग हों, जिन्हां नूं साहिब सच्चे पातशाह जी दी अमृतमय बाणी दी विचार सरवण करनी प्राप्त हुई है। पूर्व कर्म अंकुर जब प्रगटे भेट्यो पुरख रसक बैरागी। मिट्यो अंधेर मिलत हर नानक, जन्म जन्म की सोई जागी। सो महाराज ने कृपा कीती है, धन सो वेला जित दर्शन करना। आओ बलिहारी सतगुर चरना। बलिहार जाइए सतगुरां दे मुबारक पावन उपदेश रूपी
ਚਰਨਾਂ ਤੋਂ, ਨਾਮ ਰੂਪੀ ਚਰਨਾਂ ਤੋਂ, ਜਿਸ ਦੇ ਦਰਸ਼ਨ ਕੀਤਿਆ ਹੀ ਦਰਸ਼ਨ ਡਿਠੈ ਲਹਿਨ ਵਿਜੋਗਾ ਜੀਓ। ਜਨਮਾਂ ਜਨਮਾਤਰਾਂ ਦਾ ਵਿਜੋਗ ਮਿਟਦਾ ਹੈ ਦਰਸ਼ਨ ਕਰ ਲੈਣ ਦੇ ਨਾਲ। ਅੰਤਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਅਥਵਾ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਇਸ ਪ੍ਰਕਾਰ ਜਿਸ ਸਤਿਗੁਰਾਂ ਦੇ ਦੀਦਾਰ ਕੀਤਿਆ, ਜਿਸ ਮਿਲਿਆ ਮਨ ਹੋਏ ਆਨੰਦ, ਮਨ ਕਰਕੇ ਆਨੰਦ ਹੋ ਜਾਵੇ, ਮਨ ਉਸ ਵਿਸਮਾਦੀ ਦਸ਼ਾ ਵਿੱਚ ਪਹੁੰਚ ਜਾਵੇ ਜਿੱਥੇ ਆਪਣਾ ਬੇਗਾਨਾ ਮੇਰ ਤੇਰ ਊਚ ਨੀਚ ਭਿੰਨ ਭੇਦ ਸਭ ਮਿਟ ਜਾਵੇ, ਉਹਨੂੰ ਸਤਿਗੁਰ ਜੀ ਆਖੀਦਾ ਹੈ। ਇਹ ਸਤਿਗੁਰਾਂ ਦੀ ਪਰਿਭਾਸ਼ਾ ਹੈ। ਗੁਰਾਂ ਨੇ ਆਪ ਆਪਣੇ ਅਮੋਲਕ ਵਚਨਾਂ ਰਾਹੀਂ ਬਿਆਨ ਕੀਤੀ ਤਾਂ ਕਿ ਕਿਸੇ ਨੂੰ ਕੋਈ ਸ਼ੰਕਾ ਨਾ ਰਹਿ ਜਾਵੇ। ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਸੋ ਕਹੀਏ ਉਸ ਮਹਾਨ ਸ਼ਖਸੀਅਤ ਨੂੰ, ਉਸ ਮਹਾਨ ਪਰਉਪਕਾਰੀ ਆਤਮਾ ਨੂੰ ਸਤਿਗੁਰ ਆਖੀਦਾ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ। ਮਨ ਦੇ ਅੰਦਰ ਜਿਹੜਾ ਦੁਚਿੱਤਾ ਭਾਵ ਹੁੰਦਾ, ਦੁਬਿਧਾ ਹੁੰਦੀ ਹੈ, ਮਨ ਦਾ ਦੋ ਵਿਧਾਂ ਦੇ ਵਿੱਚ ਹੋਣਾ, ਦੋ ਰਸਤਿਆਂ ਤੇ ਚੱਲਣ ਵਾਲਾ ਦੁਬਿਧਾ ਦਾ ਸ਼ਿਕਾਰ ਹੁੰਦਾ। ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਕਦੇ ਦੂਸਰੇ ਕਿਨਾਰੇ ਨਹੀਂ ਲੱਗਦਾ ਦਰਿਆ ਦੇ। ਇਸੇ ਤਰ੍ਹਾਂ ਜਿਹੜਾ ਮਨ ਕਰਕੇ ਦੁਬਿਧਾ ਵਿੱਚ ਹੈ, ਉਹਦੇ ਜੀਵਨ ਜ਼ਿੰਦਗੀ ਦੀ ਬੇੜੀ ਵੀ ਪਾਰ ਲੱਗਣੀ ਕਠਿਨ ਹੁੰਦੀ ਹੈ। ਸੋ ਦੁਬਿਧਾ ਮਿਟਦੀ ਹੈ ਗੁਰੂ ਕੇ ਦਰਸ਼ਨ ਕੀਤਿਆ, ਗੁਰੂ ਸਾਹਿਬਾਂ ਦੀ ਰੱਬੀ ਬਾਣੀ ਦਾ ਜਾਪ ਕੀਤਿਆ, ਗੁਰੂ ਸਾਹਿਬਾਂ ਦੇ ਅਮੋਲਕ ਬਚਨ ਨੂੰ ਕਮਾਉਣ ਸਦਕਾ ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਪਰਮਾਤਮਾ ਦੇ ਦਰ ਕਰ ਦੀ ਸੋਝੀ ਹਾਸਲ ਹੁੰਦੀ ਹੈ। ਸੋ ਦਰਸ਼ਨ ਡਿਠੈ ਲਹਿਨ ਵਿਜੋਗਾ ਜੀਓ। ਜਨਮਾਂ ਜਨਮਾਤਰਾਂ ਦੇ ਵਿਜੋਗ ਮਿਟਦੇ ਨੇ। ਪਰਮਾਤਮਾ ਤੋਂ ਜਿਹੜੀ ਵਿੱਥ ਪਈ ਹੋਈ ਹੈ ਜੀਵ ਦੇ, ਜੀਵ ਆਤਮਾ ਤੇ ਪਰਮਾਤਮਾ ਦੇ ਦਰਮਿਆਨ, ਉਹ ਵਿੱਥ ਮਿਟਦੀ ਹੈ। ਇਸ ਕਰਕੇ ਆਓ ਲੜੀਵਾਰ ਕਥਾ ਵਿਚਾਰ ਪ੍ਰਵਾਹ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 99 ਅੰਗ ਤੇ ਪਾਵਨ ਸੁਸ਼ੋਭਿਤ ਸ਼ਬਦ ਹੁਣੇ ਆਪ ਜੀ ਨੇ ਸਰਵਣ ਕਰਨਾ ਕੀਤਾ। ਰਾਗ ਮਾਝ ਹੈ। ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਨੇ ਸਰਵਣ ਕੀਤਾ। ਆਓ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਫਤਿਹ ਕਮਾਈਏ। ਪਿਆਰ ਸਾਹਿਬ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸ਼ਰਧਾ ਭਾਵਨਾ, ਨਿਰਮਾਣਤਾ, ਮਨ ਦੀ ਇਕਾਗਰਤਾ, ਸਰੀਰ ਦੀ ਸਾਵਧਾਨਤਾ ਇਤਿਆਦਿ ਇਹਨਾਂ ਸਦਗੁਣਾਂ ਨੂੰ ਹਿਰਦੇ ਅੰਦਰ ਧਾਰਨ ਕਰਦੇ ਹੋਏ ਸਰਵਣ ਕਰੀਏ ਜੀ। ਮਾਝ ਮਹੱਲਾ ਪੰਜਵਾ। ਰਾਗ ਮਾਝ ਅੰਦਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਵਿੰਦੇ। ਇਹ ਪਿਆਰੇ ਪ੍ਰੀਤਮ ਲਾਲ ਜੀਓ, ਵਾਹਿਗੁਰੂ ਸਰੂਪ ਆਪ ਜੀ ਗੋ ਕਹੀਏ ਧਰਤੀ, ਪਾਲ ਕਹੀਏ ਪਾਲਣਾ ਕਰਨ ਵਾਲੇ ਹੋ। ਕੁੱਲ ਸ੍ਰਿਸ਼ਟੀ ਦੀ ਪਾਲਣਾ ਕਰਨ ਦੇ ਸਮਰੱਥ ਹੋ ਆਪ। ਲਾਲ ਬੇਅੰਤ, ਬੇਅੰਤ ਕੀਮਤ ਹੈ ਆਪ ਜੀ ਦੀ। ਜਿਵੇਂ ਲਾਲ ਦੀ ਕੀਮਤ ਤਾਂ ਭਲਾ ਕੋਈ ਆਂਕ ਸਕੇ,
पर परमात्मा दा नाम जिहड़ा है वो लाल नालों भी अमोलक है। साईं नाम अमोल कीम ना कोई जान दो। साईं दा नाम वाहिगुरु दा नाम अमोलक है, कीमत नहीं कोई जान सकदा। सो लाल गोपाल दयाल, दयाल स्वरूप दया दे सागरों, रंगीले प्रेम स्वरूप। रंग नाम हुंदा प्रेम दा, रंगीले जो सदा प्रेम स्वरूप होवे, प्यार ही प्यार जिस विच बाकी किसी चीज नूं जगह ही नहीं जिथे। रंगीले प्रेम स्वरूप वाहिगुरु लाल गोपाल दयाल, दया दे सागरों, दया दे घरों। सबना उपर नदर है तेरी, किसे थोड़ी किसे है कनेरी। वो मालक एडा दयावान है सब दे उपर। चींटी ते कुंचरिया स्थूला, सब पर कृपा दृष्ट कर फूला। कोई ओदे प्यार तो विरवा नहीं। आए वखरी गल है वो अपनी अल्प बुद्धि करके उस प्यार नूं महसूस करे ना करे, वो वखरी गल है। परमेश्वर प्यार स्वरूप है, रंगीला सज्जन है। सो गहर गंभीर बेअंत गोविंदे, गहर अथा था तो परे, जिदि था न पाई जाए। गंभीर बेअंत ही धीरजवंत, बेअंत ही जिसदी सोच विशाल है। गंभीर सुभाव है जिसदा, कदे वो तुच्छता विच नहीं आउंदा, कदे वो अपना आप वखरे तरीके नाल नहीं जतलाउंदा। गंभीर है, गैर गंभीर बेअंत गोविंदे, बेअंत परमात्मा अंत तो रहत, किन्हीं तेरा अंत न पाया। किसी ने भी उस प्रभु का अंत नहीं पाना कीता। गोविंदे बिंद नाम हुंदा रख्या करनी। गो कुल सृष्टि की रख्या करने वाला गोविंद स्वरूप हो वाहिगुरु जी आप। लाल गोपाल दयाल रंगीले, गहर गंभीर बेअंत गोविंदे। ऊच अथा बेअंत स्वामी, सिमर सिमर हो जीवा जियो। ऊच उच्चे तो उच्चा, सर्व श्रोमणी। अथा था तो परे, अंत तो रहत है स्वामी वाहिगुरु। ए जीव सिमर सिमर के आप जी नू, सिमर सिमर हाओ जीवा जीव। आप जी नू चेते कर करके सिमर सिमर के मैं आत्मक जीवन जिउंदा हाँ। सिमर सिमर हाओ जीवा जियो। सतगुरु जी ते आप परमेश्वर रूप ने उन्हां दा एक एक उचारण किया होया लफ्ज है, जेड़ा शब्द है, जेड़ा वो सिमरन रूप ही है। पर सिखा नूं सेवका नूं सोझी देनी सी ते बेनती करनी सिखाउणी सी। इस करके आख्या ये जीव सिमर सिमर के आप जी दा पावन नाम चेते कर करके आत्मक जीवन जिउंदा है। दुख भंजन निधान अमोले, निरपौ निरवैर अथा अतोले। दुखां दे भंजन करन वाले वाहिगुरु जी आप। दुख भंजन निधान, शुभ गुणां दा निधान कहिए खजाना हो आप जी। अमोले अमोलक गुणां दा, शुभ गुणां दा आप खजाना हो। निरभौ निरवैर अथा अतुल। आप जी नूं किसे दा भौ नहीं, डर नहीं। निरभौ निरवैर, किसे नाल वैर भी नहीं। वैर अपने बराबर दे नाल कोई करदा, वैर भावना रखदा या तां अपने तो वड्डे नाल या बराबर दे नाल।
ਆਪਣੇ ਤੋਂ ਨੀਵਿਆਂ ਨੂੰ ਡਰਾਵਾ ਦੇ ਕਰਕੇ ਰੱਖਣਾ ਵੀ ਬੰਦੇ ਦੇ ਮਨ ਦੀ ਫਿਤਰਤ ਹੈ। ਪਰਮਾਤਮਾ ਉਹਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਉਹ ਨਿਰਭਉ ਹੈ। ਡਰ ਨਹੀਂ ਕਿਸੇ ਦਾ, ਕੋਈ ਸਲਾਹਕਾਰ ਨਹੀਂ, ਕੋਈ ਉਹਨੂੰ ਕੋਈ ਸੁਜੈਸ਼ਨ ਦੇਣ ਵਾਲਾ ਨਹੀਂ। ਕੋਈ ਇਹ ਨਹੀਂ ਕਹਿੰਦਾ ਜੀ ਏਦਾਂ ਨਾ ਕਰੋ, ਏਦਾਂ ਕਰ ਦਿਓ ਜੀ, ਨਹੀਂ, ਉੱਥੇ ਹੈ ਹੀ ਨਹੀਂ ਦੂਜਾ ਕੋਈ। ਰਾਏ ਤਾਂ ਉਹਦੀ ਮੰਨੀ ਜਾਂਦੀ ਹੈ, ਗੱਲ ਉਹਦੀ ਮੰਨੀ ਜਾਂਦੀ ਜਿਹਦੀ ਗੱਲ ਦੇ ਵਿੱਚ ਵਜੂਦ ਹੋਵੇ, ਜੋ ਬਰਾਬਰ ਦਾ ਹੋਵੇ। ਤੇ ਜੀਵ ਤੇ ਪਹਿਲਾਂ ਹੀ ਕਿਰਤਮ ਹੈ, ਜੀਵ ਤਾਂ ਪਹਿਲਾਂ ਰੱਬ ਦਾ ਪੈਦਾ ਕੀਤਾ ਹੋਇਆ ਹੈ। ਰੱਬ ਆਪਣੇ ਪੈਦਾ ਕੀਤੇ ਹੋਇਆਂ ਦੀ ਥੋੜੀ ਗੱਲ ਮੰਨੂਗਾ। ਉਹ ਨਿਰਭਉ ਹੈ, ਨਿਰਵੈਰ ਹੈ। ਨਿਰਭਉ ਨਿਰਵੈਰ ਅਥਾ, ਜਿਹਦੀ ਥਾ ਹਾਥ ਪਾਈ ਹੋਈ ਨਾ ਜਾਵੇ। ਅਤੁੱਲ, ਜਿਹਦੇ ਗੁਣਾਂ ਨੂੰ, ਸਮਰੱਥਾ ਨੂੰ, ਵਡਿਆਈ ਨੂੰ ਤੋਲਿਆ ਮਿਣਿਆ ਨਾ ਜਾ ਸਕੇ, ਸੋ ਕਹੀਏ ਅਤੁੱਲ। ਅਕਾਲ ਮੂਰਤ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀ ਵਾਜਿਓ। ਹੁਣ ਇਹ ਪਾਵਨ ਸ਼ਬਦ ਦੇ ਵਿੱਚ ਜਦੋਂ ਆਪਾਂ ਸ੍ਰੀ ਮੂਲ ਮੰਤਰ ਦਾ ਜਾਪ ਕਰਦੇ ਹਾਂ, ਇੱਕ ਤੋਂ ਲੈ ਕਰਕੇ ਨਾਨਕ ਹੋਸੀ ਭੀ ਸੱਚ ਤੱਕ, ਇਹ ਮਾਨੋ ਵੀ ਸ੍ਰੀ ਮੂਲ ਮੰਤਰ ਸਾਹਿਬ ਜੀ ਦਾ ਪੂਰਾ ਇਹਦੇ ਵਿੱਚ ਅਰਥ ਬਿਆਨ ਕੀਤਾ ਮਹਾਰਾਜ ਜੀ। ਮੂਲ ਮੰਤਰ ਸਾਰਾ ਇਸ ਸ਼ਬਦ ਦੇ ਵਿੱਚ ਰੱਖ ਦਿੱਤਾ ਗੁਰੂ ਅਰਜਨ ਦੇਵ ਜੀ ਨੇ। ਵੇਖੋ, ਮੂਲ ਮੰਤਰ ਜੇ ਆਪਾਂ ਪੜ੍ਹਦੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਹੁਣ ਮੇਰੇ ਪਾਤਸ਼ਾਹ ਨੇ ਇੱਥੇ ਪ੍ਰਾਰੰਭ ਤੋਂ ਹੀ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾ ਜੀ। ਦੁਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੁੱਲੇ। ਅਕਾਲ ਮੂਰਤ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀਵਾ ਜੀ। ਉਹ ਪਰਮ ਪਿਤਾ ਪਰਮਾਤਮਾ ਜੋ ਕਾਲ ਦੀ ਮਾਰ ਤੋਂ ਰਹਿਤ ਹੈ, ਜਿਸ ਦਾ ਸਰੂਪ, ਮੂਰਤ ਕਹਿੰਦੇ ਸਰੂਪ ਨੂੰ, ਅਕਾਲ ਮੂਰਤ ਅਜੂਨੀ ਸੰਭਉ, ਸੰਭਉ ਕਹੀਏ ਸੁਤੇ ਸਿੱਧ ਪ੍ਰਕਾਸ਼, ਆਪਣੇ ਆਪੇ ਤੋਂ, ਜੋ ਕਿਸੇ ਦਾ ਬਣਾਇਆ ਹੋਇਆ ਨਹੀਂ, ਜੋ ਬਣਾਉਣ ਤੋਂ ਬਾਅਦ ਕਿਸੇ ਦਾ ਸਥਾਪਿਤ ਨਹੀਂ ਕੀਤਾ ਹੋਇਆ, ਸੁਤੇ ਸਿੱਧ ਪ੍ਰਕਾਸ਼ ਹੈ। ਤਾਤੇ ਹੇ ਵਾਹਿਗੁਰੂ ਜੀ, ਆਪ ਜੀ ਦਾ ਸਰੂਪ ਅਕਾਲ ਸਰੂਪ ਹੈ, ਕਾਲ ਦੀ ਮਾਰ ਤੋਂ ਰਹਿਤ ਹੈ, ਕਾਲ ਪ੍ਰਭਾਵਿਤ ਨਹੀਂ ਕਰ ਸਕਦਾ। ਕਾਲ ਕਹਿੰਦੇ ਸਮੇਂ ਨੂੰ, ਸਮੇਂ ਦੇ ਨਾਲ ਹਰ ਚੀਜ਼ ਜਿਹੜੀ ਦਿਨੋਂ ਦਿਨ ਬਦਲਦੀ ਹੈ, ਪੌਣ ਪਾਣੀ ਬਨਸਪਤੀ ਸੂਰਜ ਚੰਦਰਮਾ ਤਾਰੇ, ਇਹ ਸਾਰੇ ਸਮੇਂ ਦੇ ਨਾਲ ਬਦਲਦੇ ਨੇ। ਮਨੁੱਖ ਦਾ ਸਰੀਰ ਵੀ ਸਮੇਂ ਨਾਲ ਘਟਦਾ ਹੈ। ਹਰ ਚੀਜ਼ ਦੇ ਉੱਤੇ ਸਮਾਂ ਆਪਣਾ ਪ੍ਰਭਾਵ ਛੱਡਦਾ ਹੈ, ਪਰੰਤੂ ਇੱਕੋ ਇੱਕ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਹੈ, ਜਿਹਦੇ ਉੱਤੇ ਸਮਾਂ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਸੋ ਅਕਾਲ ਮੂਰਤ ਉਹਦਾ ਸਰੂਪ ਹੈ, ਜਿਹੜਾ ਅਕਾਲ ਸਰੂਪ ਹੈ, ਕਾਲ ਦੀ ਮਾਰ ਤੋਂ, ਕਾਲ ਦੇ ਪ੍ਰਭਾਵ ਤੋਂ ਰਹਿਤ, ਅਜੂਨੀ, ਜੂਨੀਆਂ ਵਿੱਚ ਨਹੀਂ ਆਉਂਦਾ, ਜੰਮਣ ਮਰਨ ਤੋਂ ਬਾਹਰ ਹੈ। ਸੰਭਉ ਸੁਤੇ ਸਿੱਧ ਪ੍ਰਕਾਸ਼ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਉਹ ਥਾਪਿਆ ਨਹੀਂ ਜਾਂਦਾ, ਘੜਿਆ ਨਹੀਂ ਜਾਂਦਾ। ਇਹ ਤੇ ਭਰਮਾਂ ਚ ਪਈ ਦੁਨੀਆ ਕੋਈ ਪੱਥਰਾਂ ਨੂੰ ਘੜ ਘੜ ਕੇ ਮੂਰਤੀਆਂ ਬਣਾ ਕੇ
ਤੇ ਕਹਿ ਦਿੰਦਾ ਵੀ ਮੈਂ ਆ ਭਗਵਾਨ ਦੀ ਮੂਰਤੀ ਘੜੀ। ਵੇਖੋ ਕਿੱਡੀ ਤੁੱਛਤਾ ਹੈ ਜੀਵ ਦੀ, ਬੇਵਕੂਫੀ ਮੂਰਖਤਾ ਹੀ ਕਹਿ ਲਈਏ। ਭਗਵਾਨ ਘੜ ਦਿੱਤਾ ਹੈ, ਰੱਬ ਬਣਾ ਦਿੱਤਾ, ਮੂਰਤੀ ਬਣਾ ਦਿੱਤੀ ਰੱਬ ਦੀ। ਵੀ ਜੇ ਬੰਦੇ ਦਾ ਬਣਾਇਆ ਰੱਬ ਆ ਤਾਂ ਫਿਰ ਬੰਦੇ ਨੂੰ ਕਿਹਨੇ ਬਣਾਇਆ? ਬੰਦੇ ਦਾ ਵਜੂਦ ਤਾਂ ਪ੍ਰਮਾਤਮਾ ਨੇ ਖੁਦ ਘੜਿਆ, ਕਲਾ ਵਰਤਾ ਕੇ। ਮਾਂ ਕੀ ਰਗਤ ਪਿਤਾ ਵਿਦ ਧਾਰਾ, ਮਾਤਾ ਪਿਤਾ ਦੇ ਸੁਮੇਲ ਤੋਂ ਬੱਚੇ ਦਾ ਵਜੂਦ ਬਣਦਾ। ਮਨੁੱਖ ਸਮਾਂ ਪਾ ਕੇ 3.5 ਮਣ ਦੇਹੁਰੀ ਚੱਲੇ ਪਾਣੀ ਅੰਨ। ਪਰਮਾਤਮਾ ਨੂੰ ਘੜਨ ਵਾਲਾ ਬੰਦਾ ਕਿਵੇਂ ਹੋ ਸਕਦਾ? ਬੰਦਾ ਨਹੀਂ ਘੜ ਸਕਦਾ। ਪੱਥਰ ਨੂੰ ਘੜ ਦੇਣਾ, ਪੱਥਰ ਭਗਵਾਨ ਨਹੀਂ, ਪੱਥਰ ਰੱਬ ਨਹੀਂ। ਵਾਹਿਗੁਰੂ ਤਾਂ ਥਾਪਿਆ ਨਾ ਜਾਏ, ਕੀਤਾ ਨਾ ਆਪੇ ਆਪ ਨਿਰੰਜਨ ਸੋਏ। ਉਹ ਤਾਂ ਆਪਣੇ ਆਪੇ ਤੋਂ ਉਹਦਾ ਵਜੂਦ ਹੈ, ਪ੍ਰਕਾਸ਼ ਰੂਪ ਹੈ। ਤਾਤੇ ਅਕਾਲ ਮੂਰਤ ਅਜੂਨੀ ਸੰਭਵ, ਮਨ ਸਿਮਰਤ ਠੰਡਾ ਥੀਵਾ ਜੀ। ਜਿਹਨੇ ਮਨ ਬਿਰਤੀ ਨੂੰ ਇਕਾਗਰ ਕਰਕੇ ਉਸ ਨੂੰ ਸਿਮਰਿਆ, ਉਹ ਸਿਮਰ ਸਿਮਰ ਕੇ ਆਤਮਕ ਠੰਡਕ ਨੂੰ ਹਾਸਲ ਕਰ ਲੈਂਦਾ ਹੈ। ਅਥਵਾ ਮਨ ਮੈਂ ਮਨ ਕਰਕੇ ਸਿਮਰਦਾ ਹਾਂ ਤਾਂ ਠੰਡਾ, ਸੀਤਲਤਾਈ, ਸਕੂਨ, ਮਨ ਦੀ ਜਿਹੜੀ ਹੈ ਤ੍ਰਿਪਤੀ ਉਹ ਹਾਸਲ ਹੁੰਦੀ ਹੈ। ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ। ਵਾਹਿਗੁਰੂ ਜੀ ਸਦਾ ਜੀਵ ਦੇ ਸੰਗੀ ਨੇ। ਸਦਾ ਸੰਗੀ, ਸਦਾ ਸੰਗੀ ਉਹਨੂੰ ਕਹਿੰਦੇ ਜਿਹੜਾ ਇੱਕ ਛਿਨ ਮਾਤਰ ਸਮੇਂ ਲਈ ਵੀ, ਇੱਕ ਕਹਿ ਲਈਏ ਵੀ ਰੇਤ ਦੇ ਕਣਕੇ ਦੇ ਵੀ 1000ਵੇਂ ਸਮੇਂ ਜਿੰਨਾ, ਇੰਨੇ ਸਮੇਂ ਲਈ ਵੀ ਜਿਹੜਾ ਜੀਵ ਦੀ ਬਾਹ ਨਹੀਂ ਛੱਡਦਾ, ਆਸਰਾ ਬਣਿਆ ਰਹਿੰਦਾ, ਉਹਨੂੰ ਸਦਾ ਸੰਗੀ ਆਖਿਆ ਜਾਂਦਾ। ਇੱਕ ਪਲ ਵੀ ਜਿਹੜਾ ਵਿਸਾਰਦਾ ਨਹੀਂ। ਮਨੁੱਖ ਜਦੋਂ ਜਨਮ ਲੈਂਦਾ ਉਦੋਂ ਤੋਂ ਲੈ ਕਰਕੇ 80 ਸਾਲ 90 ਸਾਲ 100 ਸਾਲ ਤੱਕ ਵੀ ਹਰ ਰੋਜ਼ ਨਿਤ ਨਵੀਂ ਚੀਜ਼ ਛਕਦਾ ਹੈ। ਨਵੇਂ ਲੀੜੇ ਕੱਪੜੇ ਪਹਿਨਣ ਨੂੰ ਮਿਲਦੇ ਨੇ, ਹੋਰ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ। ਉਹ ਕਿੱਥੋਂ ਆਉਂਦੀ ਹੈ? ਉਹ ਪ੍ਰਮਾਤਮਾ ਕਰਦਾ। ਸਦਾ ਸੰਗੀ ਹੈ ਨਾ, ਉਹਨੂੰ ਆਪਣੇ ਪੈਦਾ ਕੀਤਿਆਂ ਹੋਇਆਂ ਦਾ ਫਿਕਰ ਹੈ। ਸਦਾ ਸੰਗੀ ਹਰ ਰੰਗ ਗੋਪਾਲਾ, ਪ੍ਰੇਮ ਰੂਪ ਹੈ, ਕੁੱਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ। ਊਚ ਨੀਚ ਕਰੇ ਪ੍ਰਤਪਾਲਾ, ਉੱਚਾ ਕੀ ਨੀਵਾਂ ਕੀ, ਗਰੀਬ ਕੀ ਅਮੀਰ ਕੀ, ਸਭਨਾਂ ਦੀ ਪ੍ਰਤਪਾਲਣਾ ਕਰਦਾ। ਊਚ ਨੀਚ ਕਰੇ ਪ੍ਰਤਪਾਲਾ, ਉਹਦੇ ਦਰ ਤੇ ਕੋਈ ਅਮੀਰ ਗਰੀਬ ਨਹੀਂ, ਉਹਦੇ ਦਰ ਤੇ ਕੋਈ ਉੱਚਾ ਨੀਵਾਂ ਨਹੀਂ। ਸਤਿਗੁਰੂ ਜੀ ਦੇ ਕਹਿਣ ਦਾ ਭਾਵ ਇਹ ਹੈ ਵੀ ਚਾਹੇ ਕੋਈ ਬਾਦਸ਼ਾਹ, ਚਾਹੇ ਕੋਈ ਭਿਖਾਰੀ ਹੈ, ਚਾਹੇ ਕੋਈ ਉੱਚੀ ਕੁੱਲ ਚ ਪੈਦਾ ਹੋਇਆ, ਚਾਹੇ ਕੋਈ ਨੀਵੀਂ ਕੁੱਲ ਚ ਪੈਦਾ ਹੋਇਆ, ਉਹ ਪ੍ਰਮਾਤਮਾ ਸਭਨਾਂ ਦੀ ਪ੍ਰਤਪਾਲਣਾ ਆਪ ਕਰਦਾ ਹੈ। ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾ ਜੀਓ। ਨਾਮ ਰੂਪੀ ਰਸਾਇਣ, ਪਰਮਾਤਮਾ ਦਾ ਨਾਮ ਹੈ ਜਿਹੜਾ ਰਸਾਇਣ ਹੈ, ਰਸਾਂ ਦਾ ਘਰ ਹੈ। ਨਾਮ ਰਸਾਇਣ ਮਨ ਤ੍ਰਿਪਤਾਇਣ, ਰਸਾਇਣ ਨਾਮ ਔਸ਼ਧੀ ਦਾ ਵੀ ਹੁੰਦਾ। ਨਾਮ ਰੂਪੀ ਔਸ਼ਧੀ ਖਾ ਕਰਕੇ ਮਨ ਦੀ ਭੁੱਖ ਸਦਾ ਸਦਾ ਲਈ ਤ੍ਰਿਪਤ ਹੋ ਜਾਂਦੀ ਹੈ। ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾ ਜੀਓ। ਗੁਰਮੁਖ ਜਨਾਂ ਨੇ ਨਾਮ ਅੰਮ੍ਰਿਤ, ਪਰਮਾਤਮਾ ਦਾ ਨਾਮ ਅੰਮ੍ਰਿਤ ਪੀਵਣਾ ਕੀਤਾ। ਅਥਵਾ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਨਾਮ ਅੰਮ੍ਰਿਤ ਪੀਵਣਾ ਕਰਦਾ ਹਾਂ, ਜਿਸ ਦੇ ਨਾਲ, ਜਿਸ ਦੇ ਪੀਤਿਆ ਮਨ ਨੂੰ ਤ੍ਰਿਪਤੀ ਆ ਜਾਂਦੀ ਹੈ। ਦੁੱਖ ਸੁੱਖ ਪਿਆਰੇ ਤੁਧ ਧਿਆਈ, ਹੈ ਮੇਰੇ ਪਿਆਰੇ ਪ੍ਰੀਤਮ ਵਾਹਿਗੁਰੂ ਜੀ। ਦੁੱਖ ਹੋਵੇ ਚਾਹੇ ਸੁੱਖ ਹੋਵੇ, ਇਹ ਜੀਵ ਆਪ ਨੂੰ ਧਿਆਉਂਦਾ ਹੈ।
ਇਹ ਸੁਮਤ ਗੁਰੂ ਤੇ ਪਾਈ। ਇਹ ਸ਼ੁਭ ਮਤ ਕਿ ਦੁੱਖ ਵਿੱਚ ਵੀ ਉਹ ਪਰਮਾਤਮਾ ਨੂੰ ਚੇਤੇ ਰੱਖੀਏ, ਸੁੱਖ ਦੇ ਵਿੱਚ ਵੀ ਉਹ ਭੁੱਲੇ ਨਾ, ਚੇਤੇ ਚ ਰਵੇ। ਕਿਉਂਕਿ ਸ਼ਾਸਤਰ ਕਹਿੰਦਾ ਹੈ ਕਿ ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੋ ਕੋਏ। ਸੁਖੀ करे तब सुख बढ़े, दुखी करे दुख खोए। दुख है चाहे सुख है, ਜਿਹੜੇ ਆਪਣੇ ਧਰਮ ਦੀ ਪਾਲਣਾ ਕਰਦੇ ਨੇ, ਜਿਹੜਾ ਕੋਈ ਧਰਮ ਦੇ ਮਾਰਗ ਤੇ ਚੱਲਦਾ ਹੈ, ਸਮਾਂ ਚਾਹੇ ਵਿਪਤਾ ਵਾਲਾ ਕਿਉਂ ਨਾ ਆ ਜਾਵੇ, ਸਮਾਂ ਭਾਵੇਂ ਸੁੱਖਾਂ ਦੇ ਨਾਲ ਭਰਪੂਰ ਕਿਉਂ ਨਾ ਆ ਜਾਵੇ, ਉਹ ਦੁੱਖ ਜਾਂ ਸੁੱਖ ਦੇ ਵਿੱਚ ਜਿਹੜਾ ਵੀ ਕੋਈ ਉਸ ਪਰਮਾਤਮਾ ਨੂੰ ਚੇਤੇ ਚ ਵਸਾਈ ਰੱਖਦਾ, ਸ਼ਾਸਤਰ ਕਹਿੰਦਾ ਉਹ ਸੁਖੀ ਕਰੇ ਤਬ ਸੁਖ बढ़े। ਸੁਖੀ ਬੰਦਾ ਧਰਮ ਦੀ ਪਾਲਣਾ ਕਰੇ, ਧਰਮ ਤੇ ਚੱਲੇ, ਉਹਦੇ ਸੁੱਖਾਂ ਦੇ ਵਿੱਚ ਵਾਧਾ ਹੁੰਦਾ। ਦੁਖੀ ਕਰੇ ਦੁੱਖ ਖੋਏ। ਜੇ ਦੁਖੀ ਬੰਦਾ ਵੀ ਧਰਮ ਦੇ ਵਿੱਚ ਵਾਹਿਗੁਰੂ ਪ੍ਰਪੱਕ ਰਵੇ, ਦੁੱਖ ਦੇ ਸਮੇਂ ਵਿੱਚ ਵੀ ਧਰਮ ਦਾ ਪੱਲਾ ਹੱਥੋਂ ਨਾ ਛੱਡੇ, ਉਹਦੇ ਦੁੱਖ ਮਿਟ ਜਾਂਦੇ ਨੇ। ਦੁਖੀ ਕਰੇ ਦੁੱਖ ਖੋਏ। ਇਸ ਪ੍ਰਕਾਰ ਦੁੱਖ ਸੁੱਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰੂ ਤੇ ਪਾਈ। ਇਹ ਸ਼ੁਭ ਮਤ ਮੈਂ ਆਪਣੇ ਪੂਰਿਆਂ ਸਤਿਗੁਰਾਂ ਤੋਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕਰਕੇ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਤਿਗੁਰ ਜੀ ਦੇ ਪਾਸੋਂ ਇਹ ਸਮਤ ਹਾਸਲ ਕੀਤੀ ਹੈ। ਅਥਵਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵੀ ਇਹ ਸਮਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸੋਂ ਮੈਂ ਪਾਈ ਹੈ ਸਮਤ। ਸਮਤ ਕਹਿੰਦੇ ਸ਼ੁਭ ਮਤ। ਮਤ ਕੁਮਤ ਤੇ ਸਮਤ ਤਿੰਨ ਦਰਜੇ ਨੇ। ਹੇਠਲਾ ਨੀਵਾਂ ਦਰਜਾ ਕੁਮਤ ਖੋਟੀ ਮਤ, ਵਿਚਾਲੜਾ ਦਰਜਾ ਮਤ, ਨਾ ਬਹੁਤੇ ਗੁਣਾ ਨਾਲ ਹੀ ਭਰਪੂਰ, ਨਾ ਔਗਣੀ, ਵਿਚਾਲੜਾ ਦਰਜਾ ਮੀਡੀਅਮ, ਤੇ ਸਮਤ ਸ਼ੁਭ ਮਤ। ਇਹ ਸਮਤ, ਇਹ ਸ਼ੁਭ ਮਤ ਵੱਡਿਆਂ ਸਤਿਗੁਰਾਂ ਪਾਸੋਂ ਮੈਂ ਪਾਈ ਹੈ। ਨਾਨਕੀ ਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪਰੀਵਾ ਜੀਓ। ਧਰ ਕਹਿੰਦੇ ਆਸਰੇ, ਓਟ ਨੂੰ। ਨਾਨਕ ਕੀ ਧਰ ਤੂੰ ਹੈ ਠਾਕੁਰ। ਹੇ ਵਾਹਿਗੁਰੂ ਜੀ, ਮੈਂ ਨਾਨਕ ਦੇ ਦਾਸ ਦੀ ਧਿਰ, ਆਸਰਾ, ਪਰਨਾ, ਓਟ, ਵਾਰੀ ਵੰਝਾਂ ਕੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ। ਓਲਾ ਆਸਰਾ, ਪਹਾੜ ਜਿੱਡਾ ਵੱਡਾ ਆਸਰਾ। ਨਾਨਕ ਕੀ ਧਰ ਤੂੰ ਹੈ ਠਾਕੁਰ। ਹੇ ਠਾਕੁਰ, ਹੇ ਸੁਆਮੀ ਵਾਹਿਗੁਰੂ ਜੀ, ਮੈਂ ਨਾਨਕ ਦੇ ਦਾਸ ਦਾ ਓਟ ਆਸਰਾ ਆਪ ਜੀ ਹੀ ਹੋ। ਹਰ ਰੰਗ ਪਾਰ ਪਰੀਵਾਂ ਜੀਓ। ਆਪ ਜੀ ਦੇ ਪਾਵਨ ਉਪਦੇਸ਼ ਨਾਲ ਪ੍ਰੇਮ ਧਾਰਨ ਕਰਕੇ ਮੈਂ ਜੀਵਨ ਜ਼ਿੰਦਗੀ ਦੀ ਬਾਜੀ ਜਿੱਤ ਲਵਾਂਗਾ। ਬਾਜ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਜੀ ਦੇ ਬਚਨ, ਅਮੋਲਕ ਬਚਨ, ਅਮਲੀਕ ਲਾਲ ਰਤਨ ਰਾਗ ਮਾਝ ਵਿੱਚ ਪ੍ਰਾਪਤ ਹੋ ਰਹੇ ਨੇ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧਨ ਹੈ ਜੀ ਉਹ ਸਮਾਂ, ਧਨ ਸੋ ਵੇਲਾ, ਵੇਲਾ ਕਹੀਏ ਵਕਤ, ਸਮਾਂ, ਟਾਈਮ, ਉਹ ਘੜੀ, ਉਹ ਵੇਲਾ, ਧਨ ਕਿਹੜਾ? ਜਿਤ ਮੈਂ, ਜਿਸ ਵੇਲੇ ਮੈਨੂੰ ਸਤਿਗੁਰ ਮਿਲਿਆ, ਮੇਰੇ ਜੀਵਨ ਵਿੱਚ ਗੁਰੂ ਦੇ ਨਾਲ ਮਿਲਾਪ ਮੈਨੂੰ ਹਾਸਲ ਹੋਇਆ, ਉਹ ਸਮਾਂ ਧਨ ਸੀ। ਉਹ ਸਮਾਂ ਧਨ ਹੈ ਮੌਜੂਦਾ ਕਾਲ ਦੇ ਵਿੱਚ। ਅਗਾਮੀ ਜਦੋਂ ਕਿਸੇ ਨੂੰ ਜੀਵਨ ਜ਼ਿੰਦਗੀ ਦੇ ਵਿੱਚ ਗੁਰੂ ਲੜ ਲੱਗਣਾ ਮਿਲੇਗਾ, ਉਹ ਸਮਾਂ ਉਹਦੇ ਲਈ ਬੜੀ ਮਹਾਨਤਾ ਰੱਖਦਾ ਹੈ।
ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਜਿਤ ਜਿਸ ਵੇਲੇ ਮੈਨੂੰ ਪੂਰਿਆਂ ਗੁਰਾਂ ਦਾ ਮਿਲਾਪ ਹੋ ਗਿਆ, ਉਸ ਘੜੀ ਤੋਂ, ਉਸ ਪਲ ਤੋਂ, ਚਸੇ ਤੋਂ ਬਲਿਹਾਰ ਜਾਵਾਂ। ਵਾਰਨ ਬਲਿਹਾਰਨ ਲਖ ਵਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਆਦਰਿਆ। ਬਲਿਹਾਰ ਜਾਵਾਂ ਉਸ ਘੜੀ ਤੋਂ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। हे ਸਤਿਗੁਰ ਜੀ, ਉਹ ਘੜੀ ਤੋਂ, ਉਸ ਸਮੇਂ ਤੋਂ ਮੈਂ ਕੁਰਬਾਨ ਜਾਵਾਂ, ਜਿਸ ਸਮੇਂ ਮੈਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਣਾ ਪ੍ਰਾਪਤ ਹੋ ਗਿਆ। ਜਨਮ ਲੈਂਦੇ ਸਾਰ ਸਾਰਿਆਂ ਨੂੰ ਸੋਝੀ ਨਹੀਂ ਹੁੰਦੀ। ਕੋਈ ਕਰੋੜਾਂ ਚੋਂ ਕੋਈ ਪੂਰਬਲੀ ਜੁਗਤ ਜਾਣਦਾ ਹੋਵੇ, ਜੋ ਉਹਦੀ ਗੱਲ ਵੱਖਰੀ ਹੈ। 12 ਸਾਲ ਤੇ ਗੁਰਬਾਣੀ ਨੇ ਵੀ ਕਿਹਾ ਵੀ ਬਾਲਪਣੇ ਦੇ ਵਿੱਚ ਹੀ ਅਚੇਤ ਅਬੋਧ ਅਵਸਥਾ 'ਚ ਲੰਘ ਜਾਂਦੇ ਨੇ। ਚਾਹੇ ਮਾਤਾ ਪਿਤਾ ਦੀ ਉਂਗਲ ਪਕੜ ਕੇ ਕੋਈ ਗੁਰੂ ਘਰ ਆਇਆ ਜਦੋਂ ਜ਼ਿੰਦਗੀ 'ਚ ਪਹਿਲੀ ਵਾਰੀ, ਉਹ ਸਮਾਂ, ਉਸ ਸਮੇਂ ਨੇ ਅੱਗੋਂ ਜੀਵਨ ਦੀ ਜਿਹੜੀ ਸੀ ਨਾ ਕਾਇਆ, ਉਹ ਪਲਟ ਕੇ ਰੱਖ ਦਿੱਤੀ। ਗੁਰੂ ਦੇ ਮਿਲਾਪ ਦੀ ਮੈਂ ਪਹਿਲਾਂ ਵੀ ਅਰਜ਼ ਕੀਤੀ ਵੀ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਏ। ਹੁਣ ਬਹੁਤ ਸਾਰਿਆਂ ਨੂੰ, ਅੰਮ੍ਰਿਤ ਧਾਰੀਆਂ ਨੂੰ ਵੀ, ਜਾਂ ਜਿਨ੍ਹਾਂ ਨੇ ਨਹੀਂ ਵੀ ਅੰਮ੍ਰਿਤ ਛਕਿਆ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਵੇਗਾ ਵੀ ਜ਼ਿੰਦਗੀ ਦੇ ਕਿੰਨੇ ਸਾਲ ਲੰਘਾ ਕੇ ਗੁਰੂ ਦੇ ਚਰਨੀ ਲੱਗਣਾ ਕੀਤਾ, ਕਿੰਨੇ ਸਾਲ ਲੰਘ ਗਏ, ਕਦੋਂ ਪਹਿਲੀ ਵਾਰੀ ਗੁਰੂ ਸਾਹਿਬ ਜੀ ਦੇ ਚਰਨੀ ਆਣ ਕੇ ਜੁੜੇ ਸਨ, ਯਾਦ ਨਹੀਂ ਰਹਿੰਦਾ। ਵਿਰਲਿਆਂ ਨੂੰ ਉਹ ਘੜੀ ਯਾਦ ਹੋਏਗੀ ਜਦੋਂ ਗੁਰੂ ਕੇ ਦਰ ਆ ਕਰਕੇ ਪੰਜਾਂ ਪਿਆਰਿਆਂ ਦੇ ਪਾਸੋਂ ਖੰਡੇ ਬਾਟੇ ਦੀ ਪਾਹੁਲ ਜਾਚਨਾ ਕੀਤੀ। ਤੇ ਉਹ ਸਮਾਂ, ਗੁਰੂ ਨੂੰ ਮਿਲਣ ਵਾਲਾ ਸਮਾਂ ਉਹ ਹੈ ਜਦੋਂ ਗੁਰੂ ਦੀ ਮੱਤ ਦੇ ਨਾਲ ਮੱਤ ਮਿਲ ਜਾਵੇ, ਗੁਰੂ ਦੀ ਮੱਤ ਤੇ ਚੱਲਣ ਦਾ ਪ੍ਰਾਣੀ ਅਹਿਦ ਕਰ ਲਵੇ, ਉਹ ਸਮਾਂ ਧਨ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਸੁਹਾਵੀ ਕਹੀਏ ਸੁਹਾਵਣਾ ਸਮਾਂ, ਉਹ ਘੜੀ ਸੁਹਾਵਣੀ। ਉਸ ਵੇਲੇ ਤੋਂ ਗੁਰਦੇਵ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ, ਜਿਤ ਤੁਮਰੇ ਦੁਆਰੇ ਆਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਜੀਵ ਜ਼ਿੰਦਗੀ ਦੇ ਵਿੱਚ ਜਿਸ ਵੇਲੇ ਪਹਿਲੀ ਵੇਰੀ ਆਪ ਜੀ ਦੇ ਚਰਨੀ ਲੱਗਿਆ, ਆਪ ਜੀ ਦੇ ਦੀਦਾਰ ਕੀਤੇ, ਇਹਦੇ ਪੁੰਨ ਕਰਮ ਬਣਨੇ ਸ਼ੁਰੂ ਹੋ ਗਏ। ਇਸ ਕਰਕੇ ਉਹ ਸਮਾਂ ਬੜਾ ਕ੍ਰਾਂਤੀਮਈ ਸਮਾਂ ਹੁੰਦਾ। ਜੀਵਨ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣ ਵਾਲਾ ਹੁੰਦਾ ਸਮਾਂ ਉਹ। ਤਾਂ ਹੀ ਮਾਰੇ ਕਹਿੰਦੇ ਮੈਂ ਕੁਰਬਾਨ ਜਾਵਾਂ ਉਸ ਸਮੇਂ ਤੋਂ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਜਿਤ ਜਿਸ ਵੇਲੇ ਸਤਿਗੁਰ ਜੀ ਤੇਰੇ ਦੁਆਰੇ ਤੇ ਤੇਰੇ ਦਰ ਤੇ ਆ ਗਿਆ ਇਹ ਜੀ। ਸੋ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਨੇਤਰ ਕਹੀਏ ਅੱਖਾਂ ਰਾਹੀਂ, ਪੇਖਤ ਦੇਖ ਕੇ ਦਰਸ਼ਨ। ਸਫਲ ਦਰਸ਼ਨ, ਉਹ ਸਮਾਂ, ਉਹ ਦਰਸ਼ਨ ਕੀਤੇ ਹੋਏ ਜੀਵਨ ਦੀ ਸਫਲਤਾ ਦੇ ਵਿੱਚ ਬੜੇ ਕਾਰਗਰ ਹੋਏ, ਬੜੀ ਸਹਾਇਤਾ ਕੀਤੀ। ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਤਰ ਗਿਆ ਜੀ ਜੀਵ, ਜਿਹੜਾ ਇੱਕ ਵਾਰੀ ਹੋ ਗਿਆ ਗੁਰੂ ਸਾਹਿਬ ਜੀ ਦਾ, ਜਿਵੇਂ ਭਾਈ ਲਹਿਣਾ ਜੀ ਹੋ ਗਏ ਸਨ, ਗੁਰੂ ਨਾਨਕ ਸਾਹਿਬ ਜੀ ਦੇ ਹੋ ਗਏ ਭਾਈ ਲਹਿਣਾ ਜੀ। ਸਤਿਗੁਰਾਂ ਨੇ ਆਪਣਾ ਰੂਪ ਬਣਾ ਦਿੱਤਾ। ਹੋਰ ਗੁਰਸਿੱਖ ਪਿਆਰੇ ਬੜੇ ਨਾਮ ਬਾਣੀ ਦੇ ਰਸੀੜੇ, ਜਿਨ੍ਹਾਂ ਦਾ ਜੀਵਨ ਮਨੁੱਖੀ ਜੀਵਨ ਨੂੰ ਰੌਸ਼ਨ ਮਨਾਰ ਦੀ ਤਰ੍ਹਾਂ ਮਾਰਗ ਦਿਖਾਉਂਦਾ ਹੈ। ਸੋ ਜਿਹੜਾ ਵੀ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ, ਉਹ ਤਰ ਗਿਆ ਸੰਸਾਰ ਤੋਂ। ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧਨ ਮੂਰਤ ਚਸੇ ਪਾਲ ਘੜੀਆਂ।
ਧਨ ਸੋ ਓਏ ਸੰਜੋਗਾ ਜੀਓ। ਧਨ ਹੈ ਜੀ ਉਹ ਸਮਾਂ, ਮੂਰਤ ਘੜੀ, ਚਸਾ ਅੱਖ ਦੇ ਫੋਰ ਜਿੰਨਾ ਸਮਾਂ, ਪਾਲ ਛੋਟੇ ਤੋਂ ਛੋਟਾ ਸਮਾਂ, ਘੜੀਆਂ ਕੀ ਘੜੀਆਂ, ਪਾਲ ਚਸੇ 2 ਘੜੀਆਂ। ਧਨ ਸੋ ਓਏ ਸੰਜੋਗਾ ਜੀ, ਸੰਜੋਗ ਜੁੜਨ ਦਾ ਵਕਤ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੰਜੋਗ ਬਣਿਆ ਉਹ ਸਮੇਂ ਦਾ ਜੋਗ ਐਸਾ ਬਣਿਆ, ਐਸਾ ਜੀਵਨ ਜ਼ਿੰਦਗੀ ਦੇ ਵਿੱਚ ਉਹਨੇ ਮੋੜਾ ਲਿਆ ਦਿੱਤਾ। ਧਨ ਸੋ ਓਏ ਸੰਜੋਗਾ ਜੀ। ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਉਦਮ ਕੀਤਾ ਤੇ ਕਰਵਾਇਆ ਕਿਨੇ? ਸਤਿਗੁਰਾਂ ਨੇ। ਉਦਮ ਕੀਆ ਕਰਾਇਆ ਸਤਿਗੁਰ। ਸਤਿਗੁਰਾਂ ਦੇ ਬਖਸ਼ੇ ਹੋਏ ਉਦਮ ਤੋਂ ਵੀ ਬਲਿਹਾਰ ਜਾਈਏ ਜੀ। ਉਦਮ ਕਰਤ ਸਤ ਸੰਗਤ ਦੇ ਵਿੱਚ ਜਾਣ ਵਾਸਤੇ ਮਨ ਦਾ ਔਲਣਾ, ਮਨ ਅੰਦਰ ਤਾਂਘ ਬਣਨੀ। ਮਾਰੇ ਕਹਿੰਦੇ ਐਸਾ ਕਰਨ ਦੇ ਨਾਲ ਮਨ ਨਿਰਮਲ ਹੋ, ਪਵਿੱਤਰ ਹੋ ਗਿਆ ਮਨ। ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਹਰੀ ਦੇ ਮਿਲਾਪ ਵਾਲੇ ਰਸਤੇ ਤੇ ਤੁਰ ਪਿਆ। ਅੱਗੇ ਤੇ ਕਿਤੇ ਹੀ ਸੋਚ ਬਣਦੀ ਸੀ, ਹੁਣ ਰੋਜ਼ ਜਾਂਦਾ। ਉਦਮ ਕਰਦਾ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰੂ ਜੀ ਦੇ ਦਰਸ਼ਨਾਂ ਲਈ ਜਾਂਦਾ। ਰਸਤੇ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਾ ਜਾਂਦਾ। ਮਾਰੇ ਕਹਿੰਦੇ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਸਗਲਾ ਕੀ? ਸਾਰਾ ਹੀ। ਪ੍ਰਭੂ ਮਿਲਾਪ ਵਾਲੇ ਰਸਤੇ ਤੇ ਮਾਰਗ ਤੇ ਚਲਦਿਆਂ ਚਲਦਿਆਂ ਰੋਜ਼ ਗੁਰੂ ਸਾਹਿਬਾਂ ਦਾ ਉਪਦੇਸ਼ ਸੁਣਿਆ। ਰੋਜ਼ ਉਹਦੇ ਵਿੱਚੋਂ ਕੁਝ ਨਾ ਕੁਝ ਕਮਾਉਣਾ ਸ਼ੁਰੂ ਕਰ ਦਿੱਤਾ। ਸੁਣੇ ਹੋਏ ਤੋਂ ਕਮਾਉਣਾ ਸ਼ੁਰੂ ਕਰ ਦਿੱਤਾ। ਉਪਦੇਸ਼ ਨੂੰ ਸੁਣ ਕੇ ਕਮਾਉਣਾ ਸ਼ੁਰੂ ਕੀਤਾ ਜਦੋਂ, ਤਾਂ ਫਿਰ ਭ੍ਰਮ ਸਗਲਾ ਖੋਇਆ। ਖੋਇਆ ਕਿ ਇਹ ਨਾਸ ਹੋ ਗਿਆ। ਸਾਰਾ ਹੀ ਭਰਮ, ਸਾਰੀ ਦੁਬਿਧਾ, ਦੁਚਿੱਤਾਪਣ ਖਤਮ ਹੋ ਗਿਆ ਜੀ। ਨਾਮ ਨਿਦਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਨਾਮ ਨਿਦਾਨ ਸਤਿਗੁਰਾਂ ਨੇ ਕੀ ਸੁਣਾਇਆ? ਸਤਿਗੁਰਾਂ ਨੇ ਉਪਦੇਸ਼ ਦੇ ਵਿੱਚ ਨਾਮ ਦੀ ਸਿਫਤ ਸਲਾਹ ਦੱਸੀ। ਨਾਮ ਨਿਧਾਨ ਸਤਿਗੁਰੂ ਸੁਣਾਇਆ, ਜਿਸ ਦੇ ਸਦਕਾ ਮਿਟ ਗਏ ਸਗਲੇ ਰੋਗਾ ਜੀਓ। ਸਭ ਪ੍ਰਕਾਰ ਦੇ ਆਦ ਵਿਆਦ ਉਪਾਦ, ਤਿੰਨੋਂ ਪ੍ਰਕਾਰ ਦੇ ਜਿਹੜੇ ਤਾਪ ਨੇ ਮਿਟ ਗਏ। ਸਾਰੇ ਰੋਗ ਮਿਟ ਗਏ। ਮਾਨਸਿਕ ਸਰੀਰਕ ਕਲੇਸ਼ ਵਿਆਧੀਆਂ, ਆਦ ਉਪਾਦ, ਆਦ ਵਿਆਦ ਉਪਾਦ, 3 ਪ੍ਰਕਾਰ ਦੇ ਤਾਪ ਮੰਨੇ ਨੇ। ਆਦ ਕਹਿੰਦੇ ਨੇ ਜਿਹੜੇ ਮਨ ਦੇ ਕਲੇਸ਼ ਹੋਣ, ਕਲਪਨਾਵਾਂ। ਵਿਆਧੀ, ਵਿਆਧ ਭਾਵ ਕੋਈ ਸਰੀਰਕ ਰੋਗ ਹੈ, ਕੋਈ ਸਰੀਰ ਦੇ ਵਿੱਚ ਪੀੜਾ ਹੈ, ਉਹਨੂੰ ਵਿਆਧ ਕਿਹਾ ਜਾਂਦਾ। ਤੇ ਉਪਾਦ ਅਕਸਮਾਤਰ ਜਿਹੜੇ ਕੋਈ ਚਿੱਤ ਖਿਆਲ ਵੀ ਨਾ ਹੋਵੇ, ਜਿਵੇਂ ਗੜੇਮਾਰੀ ਹੋ ਜਾਣੀ, ਪੱਕੀ ਫਸਲ ਤੇ ਅੱਗ ਲੱਗ ਜਾਣੀ, ਹੋਰ ਕੋਈ ਨੁਕਸਾਨ ਹੋ ਜਾਣਾ, ਅਸਮਾਨੋਂ ਬਿਜਲੀ ਡਿੱਗ ਪੈਂਦੀ ਹੈ। ਕਈ ਵਾਰੀ ਪੰਛੀ ਪਰਿੰਦੇ, ਮਨੁੱਖ ਵੀ, ਜਾਨਵਰ ਵੀ ਉਹਦੇ 'ਚ ਸੜ ਕੇ ਮਰ ਜਾਂਦੇ। ਉਹ ਚੀਜ਼ ਜਿਹੜੀ ਚਿੱਤ ਖਿਆਲ ਵਿੱਚ ਵੀ ਨਾ ਹੋਵੇ, ਉਹਨੂੰ ਉਪਾਦ ਕਹਿੰਦੇ। ਆਦ ਵਿਆਦ ਉਪਾਦ, ਤਿੰਨੋਂ ਪ੍ਰਕਾਰ ਦੇ ਕਲੇਸ਼ ਮਿਟ ਜਾਂਦੇ ਨੇ। ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈ ਆਪ ਵਖਾਣੀ। ਹੇ ਵਾਹਿਗੁਰੂ ਜੀ, ਗੁਰਮੁਖ ਦੇ ਹਿਰਦੇ ਅੰਦਰ ਵੀ ਆਪ ਜੀ ਦੀ ਬਾਣੀ ਦਾ ਵਾਸ ਹੁੰਦਾ ਹੈ। ਬਾਹਰ ਵੀ ਸਾਰੇ ਜੋ ਆਵਾਜ਼ ਸੁਣਦੀ, ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਗਿਆਸੂ, ਉੱਤਮ ਜਗਿਆਸੂ ਨੂੰ ਅੰਦਰ ਵੀ ਬਾਹਰ ਵੀ ਤੇਰੀ ਬਾਣੀ ਦਾ ਹੀ ਓਟ ਆਸਰਾ ਹੈ।
अथवा मन बिरती करके वो तेरी बाणी ते आश्रित रहिंदा, क्योंकि बाणी तुद आप कथी, तुसी ने आप कथन करनी कीती, उचारण करनी कीती। तै आप वखाणी, ते बाणी दा वख्यान भी आप ही करदे हो, आप ही उचारण करदे हो। वख्यान करना हुंदा पंक्ति दे अर्थां नूं खोल के विस्तार नाल दसना, व्याख्या करनी, उन्नूं वखाणी कहा गया। तुद आप कथी तै आप वखाणी, गुर कहया सब एको एको, अवर न कोई होएगा जियो। गुरां ने जो कहा वो सारी एक दी उपमा दे विच कीता वख्यान। गुरां ने जो कथन कीता सारा एक परमात्मा दी सिफत सलाह दे विच बयान करना कीता। गुर कहया सब एको एको, अथवा गुरां ने जो पिछे कहा वो भी एक दी उपमा दे विच कहा, जो हुण कथन कर रहे ने वो भी एक दी उपमा दे विच, जो अगां नूं कहणगे बयान करनगे, पढ़न वाले पढ़नगे गुरु साहिबां दे अमोलक वचन, वो सारे एक दी उपमा दे विच होणगे। गुर कहया सब एको एको, अवर ना कोई होएगा जियो। ना पिछे ओदे तो बिना, एक रब दी सिफत सलाह तो बिना पिछे भी नहीं, वर्तमान समय अंदर भी नहीं। पास्ट प्रेजेंट फ्यूचर तीनों कालों दे अंदर इक्को दी उपमा, अवर ना कोई होएगा जी। उस परमात्मा दी सिफत तो बिना रब्बी बाणी च होर कुछ नहीं मिलेगा। उस परमात्मा दी एक दी ही सिफत सलाह है सारी बाणी। एक ओंकार तो 18 10 20 तक सब एक दी सिफत सलाह है। अमृत रस हर गुर ते पिया, हर पैनन नाम भोजन थिया। गुरमुख जना ने नाम अमृत रस गुरां दी बाणी दे विचों पीवना कीता। ये तां अलौती का जैसे भया बरेडा, शरबत है मिश्री दा। अलौती कहने मिश्री, अलौती का जैसे भया बरेडा, जिन पिया तिन जाने। जिन्हें पीता मिश्री दा शरबत, अमृतमय बाणी, अमृत बाणी। हर हर तेरी सुन सुन होवे परमगत मेरी, जलन बुझी शीतल होए मनुआ, सतगुर का दर्शन पाए जी। सो एदा भाई लोग जाने एहो गीत है, ये तो ब्रह्म विचार जो काशी उपदेश होए मानस मरती बार। जिवें काशी दे विच मरदे बंदे नूं पवित्र पावन उपदेश सुनना प्राप्त हो जावे ते ओदी जीवन जिंदगी बाजी ओदी सफल कर जांदा ओ। पर लोकी जाणदे सिर्फ हेका लाउण तक ही सीमत आ। ये जड़ियां ने ना ओह शायद बई गीत संगीत ही लोग जाने इहो गीत है। एकां ट्यूना ला ला के तां ही गाउंदे ने। रब्बी बाणी जिहड़ी है ये गीत नहीं भी दो पंक्तियां कित्यों रचतियां, दो कित्यों लै लियां ते तुकबंदी करके ते गाउण वजाउण लग पे। ये संसारी बंदियां दे वस दी गल ही नहीं। ये तां धुरों दरगाह जिहदी उत्थों तक पहुंच है ओहदे ते उतरी है। दसां जामियां दे विच 11वें स्वरूप श्री गुरु ग्रंथ साहब जी महाराज शब्द का होका दे रहे। जैसी मैं आवे खसम की बाणी, तैसड़ा करी ज्ञान में लालो। इस प्रकार मेरे पातशाह जी बचन करते ने कि अंतर बाहर तेरी बाणी, तुद आप कथी तै आप वखाणी। गुर कहया सब एको एको, अवर न कोई होएगा जियो। अमृत रस हर गुर ते पिया, हर पैनन नाम भोजन थिया। ये अमृत में बाणी दा रस उत्तम जग्यासुआं ने हरि दे स्वरूप गुरु जी दे पासों पीना कीता। अमृत
ਹਰ ਪਹਿਨਣ ਨਾਮ ਭੋਜਨ ਥੀਆ। ਹਰੀ ਦਾ ਪਾਵਨ ਨਾਮ ਹੀ ਗੁਰਮੁਖਾਂ ਦਾ ਪਹਿਨਣ ਹੈ, ਪਹਿਰਾਵਾ ਹੈ। ਤਨ ਦੇ ਉੱਤੇ ਜਿਹੜਾ ਵਸਤਰ ਪਾਇਆ ਜਾਵੇ ਤਨ ਨੂੰ ਕੱਜਣ ਲਈ, ਉਹਨੂੰ ਪਹਿਨਣ ਕਹਿੰਦੇ। ਪੁਸ਼ਾਕਾ, ਗੁਰਮੁਖਾਂ ਦਾ ਪੁਸ਼ਾਕਾ ਵੀ ਪ੍ਰਮਾਤਮਾ ਦਾ ਨਾਮ ਹੀ ਹੈ। ਨਾਮ ਹੀ ਅੰਮ੍ਰਿਤ ਭੋਜਨ ਹੈ। ਤ੍ਰਿਪਤੀ ਆ ਜਾਂਦੀ, ਉਹਨਾਂ ਨੂੰ ਤ੍ਰਿਪਤ ਭਈ ਸੱਚ ਭੋਜਨ ਖਾਇਆ। ਇਸੇ ਤਰ੍ਹਾਂ ਪਹਿਨਣਾ ਕੀ ਹੈ? ਹਰ ਪਹਿਨਣ ਨਾਮ, ਨਾਮ ਦੀ ਵਡਿਆਈ, ਨਾਮ ਦੀ ਸਿਫਤ ਸਲਾਹ। ਜਪਿਆ ਹੋਇਆ ਨਾਮ ਹੀ ਉਹਨਾਂ ਦੇ ਲਈ ਪਹਿਨਣ ਹੈ, ਪੁਸ਼ਾਕ ਹੈ। ਭੋਜਨ ਥੀਆ, ਨਾਮ ਹੀ ਉਹਨਾਂ ਦਾ ਭੋਜਨ ਹੈ, ਨਾਮ ਹੀ ਉਹਨਾਂ ਦੀ ਪੁਸ਼ਾਕ ਹੈ। ਨਾਮ ਹੀ ਪਹਿਨਣ ਗੋਚਰਾ ਹੈ, ਨਾਮ ਹੀ ਛਕਣ ਗੋਚਰਾ ਹੈ। ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੇ ਭੋਗਾ ਜੀਓ। ਗੁਰਮੁਖ ਜਨਾਂ ਨੇ, ਉੱਤਮ ਜਗਿਆਸੂਆਂ ਨੇ ਨਾਮ ਰੰਗ, ਨਾਮ ਨਾਲ ਪ੍ਰੇਮ ਉਹਨਾਂ ਦਾ ਜੀ। ਨਾਮ ਚੋਜ ਤਮਾਸ਼ੇ, ਨਾਮ ਨਾਲ ਹੀ ਪ੍ਰੀਤੀ, ਨਾਮ ਹੀ ਮਨ ਪਰਚਾਵੇ ਦਾ ਸਾਧਨ। ਚੋਜ ਤਮਾਸ਼ੇ ਤਰ੍ਹਾਂ ਤਰ੍ਹਾਂ ਦੇ। ਨਾਉ ਨਾਨਕ ਕੀਨੇ ਭੋਗਾ ਜੀਓ। ਗੁਰਮੁਖ ਜਨਾਂ ਨੇ ਉਸ ਪਰਮਾਤਮਾ ਦੇ ਨਾਉ ਨੂੰ, ਨਾਮ ਨੂੰ ਹੀ ਭੋਗ ਪਦਾਰਥ ਬਣਾ ਕਰਕੇ ਭੋਗਣਾ ਕੀਤਾ। ਉਹਦੇ ਵਿੱਚੋਂ ਹੀ ਆਤਮਿਕ ਸੁੱਖ ਹਾਸਲ ਕਰਨਾ ਕੀਤਾ। ਸੋ ਇੱਥੇ ਸਤਿਗੁਰਾਂ ਦੀ ਕਿਰਪਾ ਸਦਕਾ ਸੰਪੂਰਨਤਾ ਹੀ ਹੈ। ਭਲਕੇ ਸ਼ਬਦ ਆਵੇਗਾ। ਮਾਝ ਮਹੱਲਾ ਪੰਜਵਾ। ਸਗਲ ਸੰਤਨ ਪੈ ਵਸਤ ਇੱਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ। ਵਾਰ ਵਾਰ ਜਾਈ ਲਖ ਵਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਇੱਥੋਂ ਕਥਾ ਵਿਚਾਰ ਗੁਰੂ ਕਿਰਪਾ ਸਦਕਾ ਅੱਗੇ ਆਪਾਂ ਤੋਰਾਂਗੇ। ਭਲਕ ਦੇ ਸਮੇਂ ਸਾਹਿਬ ਜੀ ਕਿਰਪਾ ਕਰਨਾ। ਸਭਨਾਂ ਦਾ ਗਾਵਿਆ ਸੁਣਿਆ ਥਾਂ ਪਾਉਣ, ਸਭਨਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਸਭਨਾਂ ਦੇ ਦਰਾਂ ਘਰਾਂ ਅੰਦਰ, ਕਾਰ ਵਿਹਾਰ ਅੰਦਰ ਸਹਿਬ ਸੱਚੇ ਪਾਤਸ਼ਾਹ ਬਰਕਤਾਂ ਪਾਉਣ, ਸੁਖ ਸ਼ਾਂਤ ਵਰਤਾਉਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਭੁੱਲ ਚੁੱਕ ਦੀ ਖਿਮਾ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ, ਫਿਰ ਅਰਦਾਸ ਬੇਨਤੀ ਹੋਵੇਗੀ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕ ਕੀਨੇ ਭੋਗਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਆਗਨਾਸ। हे पूरन हे सर्ब मैं दुख भंजन गुण तास। हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, है पिहो बनहार। हे संतां कै सदा संग, निधारा आधार। हे ठाकुर हूँ दासरू, मैं निर्गुण गुण नहीं कोई। नानक दीजै नाम दान, राखों हिय परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़ सो उतरह पार। जो शरदा कर सेवंदे, गुर पार उतारन हार। जो शरदा कर सेवंदे, गुर पार उतारन हार। वाहिगुरु जी का खालसा, वाहिगुरु जी की फतेह। वाहिगुरु तू ठाकुर।